नमस्कार खबरां दे इस बुलेटिन च तुहाडा स्वागत। मैं रजनी। पहला पेश ने चोणवीआं खबरां। पश्चिम बंगाल ते ओडिशा ने चक्रवाती तूफान यास दे नाल नजिੱਠਣ ते नुकसान ਨੂੰ ਘੱਟ ਕਰਨ ਦੇ ਲਈ ਤਿਆਰੀਆਂ ਕੀਤੀਆਂ ਤੇਜ਼। ਤੂਫਾਨ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਸਿਲਸਿਲਾ ਜਾਰੀ। यास तूफान ਦੇ ਅੱਜ ਬਾਅਦ ਦੁਪਹਿਰ ओडिशा ਤੇ ਪੱਛਮ ਬੰਗਾਲ ਦੇ ਤਟੀ ਇਲਾਕਿਆਂ ਦੇ ਨਾਲ ਟਕਰਾਉਣ ਦੀ ਸੰਭਾਵਨਾ ਹੈ। सीनियर IPS अधिकारी सुबोध कुमार जायसवाल CBI के नवे मुखी नियुक्त किए गए ने। केंद्रीय खेतीबाड़ी मंत्रालय ने साल 2021 के लिए प्रमुख फसलों के उत्पादन का तीजा अगाऊ अनुमान किया जारी। ਅੱਜ देश भर ਦੇ ਵਿੱਚ बुध पूर्णिमा का पवित्र दिहाड़ा श्रद्धा भावना ਦੇ ਨਾਲ ਮਨਾਇਆ ਜਾ ਰਿਹਾ ਹੈ। राष्ट्रपति उप राष्ट्रपति ते प्रधानमंत्री ने देशवासियों को बुध पूर्णिमा के पवित्र मौके ते दिती बधाई। प्रधानमंत्री नरेंद्र मोदी ने कहा कि विश्व के लिए भगवान बुद्ध ਦੀਆਂ ਸਿੱਖਿਆਵਾਂ ਤੋਂ ਸਿੱਖਣ ਦੇ ਲਈ बहुत कुछ है। ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਜਾਰੀ। ਕੋਰੋਨਾ ਤੋਂ ਠੀਕ ਹੋਣ ਦੀ ਦਰ 99.66 ਤੇ ਪੁੱਜੀ। ਹੁਣ ਖਬਰਾਂ ਵਿਸਥਾਰ ਨਾਲ। चक्रवाती तूफान यास की ਅੱਜ ਬਾਅਦ ਦੁਪਹਿਰ ਤੱਕ ओडिशा ਤੇ ਪੱਛਮ ਬੰਗਾਲ ਦੇ ਤਟੀ ਇਲਾਕਿਆਂ ਪਾਰਾਦੀਪ ਤੇ ਸਾਗਰਦੀਪ ਵਿਚਾਲੇ ਟਕਰਾਉਣ ਦੀ ਸੰਭਾਵਨਾ ਹੈ। ਪੱਛਮ ਬੰਗਾਲ ਤੇ ओडिशा ਦੇ ਤੂਫਾਨ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੂਫਾਨ ਦੇ ਨਾਲ ਨਜਿੱਠਣ ਤੇ ਨੁਕਸਾਨ ਨੂੰ ਘੱਟ ਕਰਨ ਦੇ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਤੂਫਾਨ ਦੇ ਵਿੱਚ ਹਵਾ ਦੀ ਰਫ਼ਤਾਰ 130 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ, ਪਰ ਇਸ ਦੇ 155 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਣ ਦੀ ਸੰਭਾਵਨਾ ਹੈ। ਤਾਜ਼ਾ ਖਬਰਾਂ ਅਨੁਸਾਰ ओडिशा ਤੇ ਪੱਛਮ ਬੰਗਾਲ ਦੇ ਤਟੀ ਇਲਾਕਿਆਂ ਦੇ ਨਾਲ ਲੱਗਦੀ ਇਲਾਕਿਆਂ ਦੇ ਵਿੱਚ ਤੇਜ਼ ਤੇ ਭਾਰੀ ਵਰਖਾ ਹੋ ਰਹੀ ਹੈ। ਕੌਮੀ ਆਫਤ ਮੋਚਨ ਬਲ ਦੇ ਡਾਇਰੈਕਟਰ ਜਨਰਲ SN ਪ੍ਰਧਾਨ ਨੇ ਦੱਸਿਆ ਕਿ ਹੁਣ ਤੱਕ ਪੱਛਮ ਬੰਗਾਲ ਦੇ 8 ਲੱਖ ਲੋਕਾਂ ਨੂੰ ਤੂਫਾਨ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ ਅਤੇ ओडिशा ਵਿੱਚੋਂ ਵੀ 2 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੌਮੀ ਆਫਤ ਮੋਚਨ ਬਲ ਦੀਆਂ 52 ਟੀਮਾਂ ओडिशा ਦੇ ਵਿੱਚ ਅਤੇ 45 ਟੀਮਾਂ ਪੱਛਮ ਬੰਗਾਲ ਦੇ ਵਿੱਚ ਸੂਬਾ ਪ੍ਰਸ਼ਾਸਨ ਦੀ ਮਦਦ ਲਈ ਤਾਇਨਾਤ ਕੀਤੀਆਂ ਗਈਆਂ ਨੇ। केंद्र सरकार ने सीनियर IPS अधिकारी सुबोध कुमार जायसवाल ਨੂੰ 2 ਸਾਲਾਂ ਦੇ ਲਈ CBI ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਮਹਾਰਾਸ਼ਟਰ ਕੇਡਰ ਦੇ 1985 ਬੈਚ ਦੇ ਅਧਿਕਾਰੀ ਜਾयसवाल ਇਸ ਵੇਲੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੇ ਕੰਮ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ 3 ਮੈਂਬਰੀ ਚੋਣ ਕਮੇਟੀ ਨੇ ਪਿਛਲੇ ਦਿਨੀ ਇਸ ਅਹੁਦੇ ਦੇ ਲਈ ਉਹਨਾਂ ਦੇ ਨਾਂ ਤੇ ਮੋਹਰ ਲਗਾਈ ਸੀ। ਉਹ ਮਹਾਰਾਸ਼ਟਰ ਦੇ ਡਾਇਰੈਕਟਰ ਜਨਰਲ ਪੁਲਿਸ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ। केंद्रीय ऊर्जा मंत्रालय ने कोयला आधारित ताप बिजली घरां दे विच जैविक ईंधन के इस्तेमाल बारे कौमी कमीशन कायम करने का फैसला किया है। यह फैसला फसलों की रहंद खूंद नूं बालन दे नाल पैदा होने वाले हवा प्रदूषण और ताप बिजली घरां विचों निकलण वाले कार्बन कणां नूं घट करने वास्ते लिया गया है। इस दे नाल देश दे विच स्वच्छ ऊर्जा वसीलियां वल वधण विच भी मदद मिलेगी। एक सरकारी बयान मुताबिक कौमी मिशन संचालन की प्रक्रिया ते ढांचा अंतिम पड़ाव च है। इस मिशन दे विच ऊर्जा सकत्तर की प्रधानगी हेठ एक संचालन कमेटी होगी जिस विच पेट्रोलियम ते नवीनयोग ऊर्जा मंत्रालय समेत संबंधित धिरां दे नुमाइंदे शामिल होणगे। जैविक ईंधन बारे एक कौमी मिशन कौमी स्वच्छ हवा प्रोग्राम दे विच योगदान देवेगा। केंद्रीय खेतीबाड़ी सहकारिता ते किसान भलाई विभाग ने साल 2021 ਦੇ ਲਈ ਮੁੱਖ ਖੇਤੀ ਫਸਲਾਂ ਦੇ ਉਤਪਾਦਨ ਦਾ ਤੀਜਾ ਅਗਾਊ ਅਨੁਮਾਨ ਜਾਰੀ ਕੀਤਾ ਹੈ। ਕਣਕ ਦਾ ਕੁੱਲ ਉਤਪਾਦਨ 305.44 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਸਾਲ 2021 ਦੌਰਾਨ ਅਨਾਜ ਦਾ ਔਸਤਨ ਉਤਪਾਦਨ ਪਿਛਲੇ 5 ਸਾਲਾਂ ਦੇ ਉਤਪਾਦਨ ਦੇ ਮੁਕਾਬਲੇ 26.66 ਮਿਲੀਅਨ ਟਨ ਵੱਧ ਹੋਣ ਦਾ ਅਨੁਮਾਨ ਹੈ। केंद्रीय खेतीबाड़ी ते किसान भलाई मंत्री श्री नरेंद्र सिंह तोमर ने कहा है कि यह सकारात्मक स्थिति साडे किसान भैन भरावां दे अंथक यत्नां, खेतीबाड़ी विग्यानियां दे योगदान, भारत सरकार दीआं नीतियां अते सूबा सरकारां दे बेहतर सहयोग ते तालमेल दा नतीजा है। प्रधानमंत्री श्री नरेंद्र मोदी खेतीबाड़ी खेतर दे विकास ते विशेष जोर दे रहे हैं। साल 2020-21 दौरान चौलां दा कुल उत्पादन रिकॉर्ड 121.46 मिलियन टन होने का अनुमान है। यह उत्पादन पिछले 5 सालां दे औसतन उत्पादन
ਉਤਪਾਦਨ 112.44 ਮਿਲੀਅਨ ਟਨ ਤੋਂ 9.01 ਮਿਲੀਅਨ ਟਨ ਵਧਿਆ ਹੈ। ਸਾਲ 2020 ਦੌਰਾਨ ਕਣਕ ਦਾ ਉਤਪਾਦਨ ਰਿਕਾਰਡ 108.75 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਔਸਤਨ ਉਤਪਾਦਨ 100.42 ਮਿਲੀਅਨ ਟਨ ਕਣਕ ਦੇ ਉਤਪਾਦਨ ਨਾਲੋਂ 8.32 ਮਿਲੀਅਨ ਟਨ ਵੱਧ ਹੈ। ਅੱਜ ਦੇਸ਼ ਭਰ ਵਿੱਚ ਬੁੱਧ ਪੂਰਨਿਮਾ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਵਰੇ ਵਿਸਾਖ ਦੀ ਪੁੰਨਿਆ ਨੂੰ ਮਹਾਤਮਾ ਬੁੱਧ ਦੇ ਪੈਰੋਕਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਬੁੱਧ ਪੂਰਨਿਮਾ ਮਨਾਉਂਦੇ ਨੇ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਬੁੱਧ ਦੇ ਉਪਦੇਸ਼ ਸਾਨੂੰ ਦੁੱਖਾਂ ਤੋਂ ਮੁਕਤ ਕਰਦੇ ਨੇ। ਉਨ੍ਹਾਂ ਨੇ ਲੋਕਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੇ ਲਈ ਸਿਖਾਇਆ। ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਬੁੱਧ ਦੇ ਅਹਿੰਸਾ, ਅਮਨ, ਦਇਆ ਤੇ ਮਨੁੱਖਤਾ ਦੀ ਸੇਵਾ ਦੀਆਂ ਸਿੱਖਿਆਵਾਂ ਨੇ ਵਿਸ਼ਵ ਭਰ ਦੇ ਵਿੱਚ ਮਨੁੱਖੀ ਸਭਿਅਤਾ ਦੇ ਵਿਕਾਸ ਤੇ ਅਸਰ ਪਾਇਆ ਹੈ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਰਾਸ਼ਟਰ ਨੂੰ ਬੁੱਧ ਪੂਰਨਿਮਾ ਮੌਕੇ ਵਧਾਈ ਦਿੰਦੇ ਆਪਣੇ ਸੁਨੇਹੇ ਦੇ ਵਿੱਚ ਕਿਹਾ ਕਿ ਮਹਾਤਮਾ ਬੁੱਧ ਨੇ ਸ਼ਾਂਤੀ, ਭਾਈਚਾਰਾ ਤੇ ਦਇਆ ਦੇ ਦਿਖਾਏ ਰਸਤੇ ਤੇ ਚੱਲਣ ਦੀ ਲੋੜ ਤੇ ਜ਼ੋਰ ਦਿੱਤਾ। ਉਪ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਕੋਵਿਡ-19 ਤੋਂ ਬਚਾਅ ਦੇ ਲਈ ਘਰਾਂ ਦੇ ਵਿੱਚ ਹੀ ਤਿਉਹਾਰ ਮਨਾਉਣ ਅਤੇ ਹਾਈਜੀਨ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਬੁੱਧ ਪੂਰਨਿਮਾ ਦੇ ਪਵਿੱਤਰ ਦਿਹਾੜੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਭਿਆਚਾਰ ਮੰਤਰਾਲਾ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਕੀਤੇ ਸਮਾਗਮ ਵਿਸਾਖ ਗਲੋਬਲ ਸਮਾਰੋਹ ਦੇ ਵਿੱਚ ਕੁੰਜੀਵਤ ਭਾਸ਼ਣ ਦਿੱਤਾ। ਇਸ ਸਮਾਗਮ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੇ ਲਈ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਤੋਂ ਸਿੱਖਣ ਦੇ ਲਈ ਬਹੁਤ ਕੁਝ ਹੈ। ਉਨ੍ਹਾਂ ਕਿਹਾ ਹੈ ਕਿ ਵਿਸ਼ਵ ਕੋਵਿਡ-19 ਮਹਾਮਾਰੀ ਦੇ ਰੂਪ ਵਿੱਚ ਜੀਵਨ ਕਾਲ ਸੰਕਟ ਦੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ ਮਹਾਮਾਰੀ ਖਿਲਾਫ ਲੜਾਈ ਦੇ ਵਿੱਚ ਬਹਾਦਰੀ ਦੇ ਨਾਲ ਅਣਥੱਕ ਮਿਹਨਤ ਕਰ ਰਹੇ ਵਿਗਿਆਨੀਆਂ, ਡਾਕਟਰਾਂ ਤੇ ਪਹਿਲੀ ਕਤਾਰ ਦੇ ਕਾਮਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। Appearances and trust in the final triumph of truth and love, unquote. Today, on Buddha Purnima, let us renew our commitment to the ideals of Lord Buddha. I join you all in praying to the triple gem to provide relief from the testing times of global COVID-19 pandemic. ਵੱਲੋਂ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਦੇ ਸਹਿਯੋਗ ਦੇ ਨਾਲ ਕਰਵਾਏ ਗਏ ਇਸ ਸਮਾਗਮ ਦੇ ਵਿੱਚ ਵਿਸ਼ਵ ਦੇ ਬੋਧੀ ਸੰਘਾਂ ਦੇ ਸਾਰੇ ਮੁਖੀਆਂ ਨੇ ਸ਼ਿਰਕਤ ਕੀਤੀ। ਭਾਰਤ ਦੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਬੀਤੇ ਦਿਨ 2,95,955 ਕੋਰੋਨਾ ਮਰੀਜ਼ ਸਿਹਤਯਾਬ ਹੋਏ, ਜਿਸ ਮਗਰੋਂ ਹੁਣ ਤੱਕ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 2,43,50,000 ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਤੋਂ ਠੀਕ ਹੋਣ ਦੀ ਦਰ 99.66% ਹੋ ਗਈ ਹੈ। ਇਸੇ ਸਮੇਂ ਦੌਰਾਨ ਕੋਰੋਨਾ ਕਰਕੇ ਦੇਸ਼ ਭਰ ਵਿੱਚ ਹੋਰ 4,157 ਮੌਤਾਂ ਦਰਜ ਕੀਤੀਆਂ ਗਈਆਂ ਨੇ। ਪਿਛਲੇ 24 ਘੰਟਿਆਂ ਦੌਰਾਨ 2,08,000 ਤੋਂ ਵੱਧ ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਨੇ। ਕੇਂਦਰ ਸਰਕਾਰ ਨੇ ਦੇਸ਼ ਵਿੱਚ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਨ ਪਲੇਟਫਾਰਮ ਤੇ ਉਪਲਬਧ ਲਚਕ ਦੀ ਵਰਤੋਂ ਕਰਦਿਆਂ ਟੀਕਾਕਰਨ ਦੀ ਰਫ਼ਤਾਰ ਨੂੰ ਤੇਜ਼ ਕਰਨ ਦੇ ਲਈ ਆਖਿਆ ਹੈ। ਇੱਕ ਸਮੀਖਿਆ ਮੀਟਿੰਗ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਕਈ ਸੂਬਿਆਂ ਜਿਵੇਂ ਝਾਰਖੰਡ, ਛੱਤੀਸਗੜ੍ਹ, ਤਾਮਿਲਨਾਡੂ ਤੇ ਮੱਧ ਪ੍ਰਦੇਸ਼ ਦੇ ਵਿੱਚ ਰਾਸ਼ਟਰੀ ਔਸਤਨ ਤੋਂ ਵੱਧ ਟੀਕਿਆਂ ਦੀ ਬਰਬਾਦੀ ਦਰਜ ਕੀਤੀ ਗਈ ਹੈ। ਮੰਤਰਾਲਾ ਨੇ ਜ਼ਿਲ੍ਹਾਵਾਰ ਯੋਜਨਾ ਬਣਾ ਕੇ ਕੋਵਿਡ ਟੀਕਾਕਰਨ ਕੇਂਦਰ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੈਨਲ ਦੇ ਵਿੱਚ ਰੱਖੇ ਗਏ ਨਿੱਜੀ ਹਸਪਤਾਲਾਂ ਦੇ ਵਿੱਚ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫਤ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕਰਦਿਆਂ ਦੱਸਿਆ ਕਿ ਇਸ ਦੇ ਨਾਲ ਕਮਜ਼ੋਰ ਤੇ ਗਰੀਬ ਵਰਗਾਂ ਨੂੰ ਲਾਭ ਪੁੱਜੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਉਹਨਾਂ ਹਸਪਤਾਲਾਂ ਵਿੱਚ ਮਿਲੇਗੀ ਜਿਹੜੇ ਸਰਕਾਰ ਵੱਲੋਂ 8,000 ਰੁਪਏ ਤੋਂ ਲੈ ਕੇ 18,000 ਰੁਪਏ ਪ੍ਰਤੀ ਦਿਨ ਦੀ ਤੈਅ ਫੀਸ ਤੇ ਕੋਵਿਡ-19 ਦਾ ਇਲਾਜ ਕਰਨ ਦੇ ਸਮਰੱਥ ਨੇ। ਉਨ੍ਹਾਂ ਕਿਹਾ ਕਿ ਇਹ ਫੀਸ ਸੂਬੇ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਆਮ ਲੋਕਾਂ ਦੇ ਇਲਾਜ ਦੇ ਲਈ ਤੈਅ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਤੈਅ ਫੀਸ ਵਿੱਚੋਂ ਬੀਮਾ ਕੰਪਨੀ ਵੱਲੋਂ ਅਦਾ ਕੀਤੀ ਗਈ ਇਲਾਜ ਦੀ ਲਾਗਤ ਦਾ ਬਾਕੀ ਹਿੱਸਾ ਸੂਬਾ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਤੈਅ ਕੀਤੀ ਫੀਸ ਦੇ ਵਿੱਚ ਬੈੱਡ, PPE ਕਿੱਟ, ਦਵਾਈਆਂ, ਡਾਕਟਰ ਦੀ ਫੀਸ, ਜਾਂਚ ਤੇ ਆਕਸੀਜਨ ਦਾ ਖਰਚਾ ਵੀ ਸ਼ਾਮਲ ਹੈ। ਮੰਤਰੀ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕੋਵਿਡ-19 ਦੇ ਇਲਾਜ ਦੇ ਲਈ ਬਿਨਾਂ ਸਰਕਾਰੀ ਹਸਪਤਾਲਾਂ ਤੋਂ ਰੈਫਰ ਕਰਵਾਏ ਸਿੱਧਾ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਜਾ ਸਕਦੇ ਨੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਫੰਗਸ ਦੇ 111 ਮਾਮਲੇ ਸਾਹਮਣੇ ਆਏ ਨੇ। ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹਨਾਂ ਵਿੱਚੋਂ 25 ਮਾਮਲੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਏ ਨੇ, ਜਦਕਿ 26 ਵੱਖ-ਵੱਖ ਨਿੱਜੀ ਹਸਪਤਾਲਾਂ ਦੇ ਵਿੱਚ ਆਏ ਨੇ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਮਾਮਲੇ ਮੁੱਖ ਤੌਰ ਤੇ ਉਹਨਾਂ ਲੋਕਾਂ ਦੇ ਵਿੱਚ ਵੇਖੇ ਗਏ ਨੇ ਜੋ ਕੋਵਿਡ-19 ਬਿਮਾਰੀ ਤੋਂ ਸਿਹਤਯਾਬ ਹੋਏ ਨੇ ਜਾਂ HIV ਅਤੇ ਕੈਂਸਰ ਦੇ ਨਾਲ ਪੀੜਿਤ ਰੋਗੀ ਨੇ ਜਾਂ ਉਹ ਲੋਕ ਨੇ ਜਿਨ੍ਹਾਂ ਨੂੰ
ਸਟੀਰੋਇਡ ਦਿੱਤੇ ਗਏ ਸਨ। ਲੰਬੇ ਸਮੇਂ ਤੱਕ ਆਕਸੀਜਨ ਲੈ ਰਹੇ ਜਾਂ ਜਿਹੜੇ ਮਰੀਜ਼ਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੈ ਉਹਨਾਂ ਵਿੱਚ ਵੀ ਇਸ ਬਿਮਾਰੀ ਦਾ ਅਸਰ ਵੇਖਿਆ ਗਿਆ ਹੈ। ਸਿਹਤ ਮੰਤਰੀ ਨੇ ਦੱਸਿਆ ਹੈ ਕਿ ਇਸ ਬਿਮਾਰੀ ਦੇ ਇਲਾਜ ਦੇ ਲਈ ਐਂਟੀ ਫੰਗਲ ਦਵਾਈਆਂ ਦੀ ਲੋੜ ਹੁੰਦੀ ਹੈ ਤੇ ਕੇਂਦਰ ਸਰਕਾਰ ਇਹਨਾਂ ਦਵਾਈਆਂ ਦੀ ਪੂਰਤੀ ਕਰ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।